ਇਹ ਫੰਕਸ਼ਨ ਅੱਜ ਦਾ 7ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਕਾਲਜ ਦੇ ਵਿੱਚ ਸ੍ਰੀ ਗੁਰੂ ਹਰਿਰਾਏ ਸਾਹਿਬ ਪਾਰਕ ਬਣਾਇਆ ਹੋਇਆ। ਹਾਲਾਂਕਿ ਤੁਸੀਂ ਪਹਿਲੇ ਵੀ ਬੱਚਿਆਂ ਨੇ ਇੱਥੇ ਆਏ ਹੋਵੋਗੇ, ਦੇਖਿਆ ਹੋਊਗਾ, ਪਰ ਪ੍ਰਿੰਸੀਪਲ ਸਾਹਿਬ ਦਾ ਇਹ ਫੈਸਲਾ ਸੀ ਕਿ ਉਹਨਾਂ ਮਹਾਨ ਹਸਤੀਆਂ ਜਿਨ੍ਹਾਂ ਦੇ ਨਾਮਾਂ ਤੋਂ ਸਾਡੀਆਂ ਬਿਲਡਿੰਗਾਂ ਦੇ ਨਾਮ ਨੇ, ਸਾਡੇ ਕੋਲ ਪਾਰਕਾਂ ਨੇ, ਉਹਨਾਂ ਦਾ ਜਦੋਂ ਵੀ ਕੋਈ ਜਨਮ ਦਿਹਾੜਾ ਜਾਂ ਕੋਈ ਵਿਸ਼ੇਸ਼ ਦਿਨ ਆਉਂਦਾ ਹੈ ਅਸੀਂ ਉਸ ਸਥਾਨ ਦੇ ਉੱਤੇ ਹੀ ਉਹਨੂੰ ਜਾ ਕੇ ਮਨਾਵਾਂਗੇ। ਅੱਜ ਦਾ ਇਹ ਫੰਕਸ਼ਨ ਕੋਈ ਵਿਸ਼ੇਸ਼ ਨਾ ਹੋ ਕੇ ਸਿਰਫ ਬੱਚਿਆਂ ਲਈ ਹੈ ਕਿ ਤੁਹਾਨੂੰ ਥੋੜਾ ਜਿਹਾ ਰਲ ਮਿਲ ਕੇ ਗੱਲਾਂ ਕਰ ਲਈਏ, ਤੇ ਉਹਦਾ ਸਬਬ ਹੈ ਸ੍ਰੀ ਗੁਰੂ ਹਰਿਰਾਏ ਸਾਹਿਬ ਦਾ ਪ੍ਰਕਾਸ਼ ਪੁਰਬ, ਜਿਨ੍ਹਾਂ ਦੇ ਬਾਰੇ ਕਿਹਾ ਜਾਂਦਾ ਕਿ ਉਹ ਵਾਤਾਵਰਨ ਪ੍ਰੇਮੀ ਸੀ। ਉਹਨਾਂ ਨੇ ਵਾਤਾਵਰਨ ਲਈ ਕੀ ਕੁਝ ਕੀਤਾ ਇਹ ਤਾਂ ਤੁਹਾਨੂੰ ਡਾਕਟਰ ਗੁਰਵੀਰ ਸਿੰਘ ਹੁਣੀ ਦੱਸਣਗੇ, ਪਰ ਗੁਰੂ ਪਰੰਪਰਾ ਦੇ ਵਿੱਚ ਜਿਵੇਂ ਕਿ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਕਿ ਪਰਮਾਤਮਾ ਨੂੰ ਵੀ ਆਪਣੇ ਪੂਰਨ ਰੂਪ ਦੇ ਵਿੱਚ ਦਰਸ਼ਨ ਕਰਵਾਉਣ ਲਈ 10 ਜਾਮੇ ਪਲਟ ਕੇ ਆਉਣਾ ਪਿਆ, ਕਿਉਂਕਿ ਇੱਕ ਜਾਮੇ ਦੇ ਵਿੱਚ ਉਹਦੇ ਪੂਰਨ ਦਰਸ਼ਨ ਪੂਰੇ ਨਹੀਂ ਸੀ ਹੁੰਦੇ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰਗੱਦੀ 7ਵੇਂ ਪਾਤਸ਼ਾਹ ਤੱਕ ਜਦੋਂ ਪਹੁੰਚਦੀ ਆ ਤਾਂ ਵਾਤਾਵਰਨ ਦੀ ਗੱਲ ਜਾਂ ਹੋਰ ਗੱਲਾਂ ਤਾਂ ਕਰਨਗੇ। ਉਹਨਾਂ ਦੀ ਇੱਕ ਗੱਲ ਜਿਹੜੀ ਮੈਨੂੰ ਹਮੇਸ਼ਾ ਬਹੁਤ ਟੁੰਬਦੀ ਆ, ਉਹਨਾਂ ਨੇ ਤੁਸੀਂ ਇਹ ਦੇਖੋ ਕਿ 5ਵੇਂ ਪਾਤਸ਼ਾਹ ਦੀ ਸ਼ਹਾਦਤ ਹੁੰਦੀ ਆ ਤਾਂ ਗੁਰਗੱਦੀ ਜਿਹੜੀ ਆ ਉਹ ਮੀਰੀ ਤੇ ਪੀਰੀ ਦੀਆਂ 2 ਤਲਵਾਰਾਂ ਜਿਹੜੀਆਂ ਨੇ ਉਹ ਧਾਰਨ ਕਰਦੀ ਆ, ਤਾਂ ਜੰਗਾਂ ਹੁੰਦੀਆਂ ਨੇ, ਸਿੱਖਾਂ ਨੂੰ ਘੋੜੇ ਤੇ ਹੋਰ ਸ਼ਸਤਰ ਜਿਹੜੇ ਨੇ ਉਹ ਭੇਟਾ ਕਰਨ ਲਈ ਕਿਹਾ ਜਾਂਦਾ। ਤਾਂ ਬਹੁਤਿਆਂ ਨੂੰ ਤਾਂ ਐਂ ਲੱਗਦਾ ਕਿ 6ਵੇਂ ਪਾਤਸ਼ਾਹ ਨੇ ਗੁਰਗੱਦੀ ਦਾ ਜਿਹੜਾ ਇੱਕ ਨਿਰਮਲ ਪੰਥ ਚੱਲਿਆ ਆ ਰਿਹਾ ਸੀ ਉਹਨੂੰ ਜੰਗ ਦੇ ਵਿੱਚ ਤਬਦੀਲ ਕਰਤਾ। ਜਦੋਂ ਉਹਦੇ ਰਾਜ ਤਾਂ ਬਾਅਦ ਚ ਖੁੱਲਦੇ ਨੇ, ਪਰ 6ਵੇਂ ਪਾਤਸ਼ਾਹ ਤੋਂ ਬਾਅਦ ਚ ਜਦੋਂ ਗੁਰਗੱਦੀ 7ਵੇਂ ਪਾਤਸ਼ਾਹ ਤੱਕ ਪਹੁੰਚਦੀ ਆ ਤਾਂ ਉਹਨਾਂ ਨੇ ਸਾਨੂੰ ਜ਼ਬਤ ਦੇ ਵਿੱਚ ਰਹਿਣਾ ਸਿਖਾਇਆ। ਉਹਨਾਂ ਨੇ ਸਾਨੂੰ ਆਪਣੀ ਲਾਈਫ ਦੇ ਨਾਲ ਇਹ ਸਾਬਤ ਕਰਕੇ ਦੱਸਿਆ ਕਿ ਤਾਕਤ ਹੱਥ ਦੇ ਵਿੱਚ ਹੋਣ ਦੇ ਬਾਵਜੂਦ ਵੀ ਜ਼ਬਤ ਦੇ ਵਿੱਚ ਕਿਵੇਂ ਰਹਿਣਾ। ਇੱਥੋਂ ਤੱਕ ਦੱਸਦੇ ਨੇ ਕਿ ਜਦੋਂ ਗੁਰੂ ਸਾਹਿਬ 7ਵੇਂ ਪਾਤਸ਼ਾਹ ਚੱਲਦੇ ਸੀ 2200 ਘੋੜ ਸਵਾਰ ਤਿਆਰ ਬਰ ਤਿਆਰ ਹਰ ਵੇਲੇ ਉਹਨਾਂ ਦੇ ਨਾਲ ਚੱਲਦਾ ਸੀ, ਉਹਦੇ ਬਾਵਜੂਦ ਵੀ ਉਹਨਾਂ ਨੇ ਕਦੇ ਜੰਗ ਨਹੀਂ ਕੀਤੀ। ਇੱਕ ਵਾਰ ਤਾਂ ਇਹੋ ਜੀ ਨੌਬਤ ਵੀ ਆਈ ਕਿ ਉਹਨਾਂ ਨੂੰ ਇੱਕ ਸੁਨੇਹਾ ਮਿਲਦਾ ਹੈ ਕਿ ਕੋਈ ਪਹਾੜੀ ਰਾਜਾ ਜਿਹੜਾ ਹੈ ਉਹ ਚੜ੍ਹਾਈ ਕਰਕੇ ਉਹਨਾਂ ਤੇ ਆ ਰਿਹਾ ਹੈ। ਸਿੱਖ ਕਹਿੰਦੇ ਨੇ ਕਿ ਅਸੀਂ ਵੀ ਤਿਆਰੀ ਕਰੀਏ, ਤਾਂ ਗੁਰੂ ਸਾਹਿਬ ਉਹਨਾਂ ਨੂੰ ਕਹਿੰਦੇ ਨੇ ਕਿ ਨਹੀਂ, ਸਾਡੀ ਰੱਖਿਆ ਲਈ ਕੇਵਲ ਕਿਰਪਾਨ ਹੀ ਨਹੀਂ ਕਰਤਾਰ ਵੀ ਹੈ। ਤਾਂ ਕਿਹਾ ਜਾਂਦਾ ਕਿ ਉਹ ਰਾਜੇ ਨੂੰ ਰਸਤੇ ਦੇ ਵਿੱਚ ਹੀ ਕਿਸੇ ਔਕੜ ਦਾ ਸਾਹਮਣਾ ਕਰਨਾ ਪਿਆ ਤਾਂ ਉੱਥੇ ਉਹ ਮਰ ਗਿਆ। ਭਾਵ ਕਿ ਉਹਨਾਂ ਦੇ ਜੀਵਨ ਨੇ ਸਾਨੂੰ ਇਹ ਦੱਸਿਆ ਕਿ ਤਾਕਤ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਹਰ ਵੇਲੇ ਜੰਗ ਦੇ ਅਖਾੜੇ ਦੇ ਵਿੱਚ ਹੀ ਉਤਰੇ ਰਹਿਣਾ। ਤਾਕਤ ਹੁੰਦੇ ਹੋਏ ਵੀ ਜ਼ਬਤ ਦੇ ਵਿੱਚ ਕਿਵੇਂ ਰਹਿਣਾ ਤੇ ਲਾਈਫ ਨੂੰ ਸਹਿਜ ਕਿਵੇਂ ਚਲਾਉਣਾ, ਇਹੋ ਜਿਹੀਆਂ ਗੱਲਾਂ ਗੁਰੂ ਸਾਹਿਬ ਦੇ ਜੀਵਨ ਦੇ ਵਿੱਚੋਂ ਸਾਨੂੰ ਸਿੱਖਣ ਨੂੰ ਮਿਲਦੀਆਂ। ਸੋ ਮੈਂ ਬਹੁਤਾ ਕੁਝ ਨਾ ਕਹਿੰਦਾ ਹੋਇਆ ਅੱਜ ਦੇ ਵਿਸ਼ੇਸ਼ ਵਕਤਾ ਡਾਕਟਰ ਗੁਰਵੀਰ ਸਿੰਘ ਹੋਣਾ ਨੂੰ ਬੇਨਤੀ ਕਰਦਾ ਹਾਂ ਕਿ ਉਹ ਤੁਹਾਨੂੰ ਸੰਬੋਧਨ ਕਰਨ। ਡਾਕਟਰ ਗੁਰਵੀਰ ਸਿੰਘ। ਸਤਿਕਾਰਯੋਗ ਪ੍ਰਿੰਸੀਪਲ ਸਾਹਿਬ, ਕਿਰਤ ਕਲੱਬ ਦੇ ਕਨਵੀਨਰ ਡਾਕਟਰ ਦਵਿੰਦਰ ਸਿੰਘ ਜੀ, ਮੇਰੇ ਅਧਿਆਪਕ ਸਾਥੀਓ ਅਤੇ ਪਿਆਰੇ ਵਿਦਿਆਰਥੀਓ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਤੁਹਾਨੂੰ ਹੁਣੇ ਡਾਕਟਰ ਸਾਹਿਬ ਨੇ ਦੱਸਿਆ ਕਿ ਅੱਜ ਦੇ ਸਾਡੇ ਇਸ ਲੈਕਚਰ ਦਾ ਉਦੇਸ਼ ਗੁਰੂ ਹਰਿਰਾਏ ਸਾਹਿਬ ਜੀ ਦੇ ਜੀਵਨ ਬਾਰੇ ਅਸੀਂ ਕੁਝ ਗੱਲਾਂ ਬਾਤਾਂ ਕਰਨੀਆਂ ਨੇ, ਉਹਨਾਂ ਦੇ ਜੀਵਨ ਬਾਰੇ ਜਾਣਨਾ ਹੈ। ਪਰ ਉਸ ਤੋਂ ਪਹਿਲਾਂ ਮੈਂ ਕੁਝ ਹੋਰ ਗੱਲਾਂ ਬਾਤਾਂ ਵੀ ਤੁਹਾਡੇ ਨਾਲ ਕਰਨਾ ਚਾਹੂੰਗਾ। 1849 ਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਰਕਾਰੀ ਖਾਲਸਾ ਰਾਜ ਜੋ ਅੰਗਰੇਜ਼ ਰਾਜ ਦੇ ਕਬਜ਼ੇ ਦੇ ਵਿੱਚ ਆਉਂਦਾ, 1849 ਤੋਂ ਬਾਅਦ ਜੋ ਪੰਜਾਬ ਦੇ ਵਿੱਚ ਸਥਿਤੀ ਬਣਦੀ ਹੈਗੀ ਹੈ ਕਿ ਸਾਡੇ ਵਿੱਚ ਜੋ ਸਾਡੇ ਵਿਰਸੇ ਦਾ ਗੌਰਵ ਸੀਗਾ ਉਹ ਨਿਘਾਰ ਵੱਲ ਜਾਣਾ ਸ਼ੁਰੂ ਹੁੰਦਾ ਹੈ। ਸਾਡੇ ਵੱਡੇ ਵਡੇਰੇ ਉਪਰਾਲਾ ਕਰਦੇ ਨੇ, ਸਿੰਘ ਸਭਾ ਲਹਿਰ ਚਲਾਉਂਦੇ ਨੇ, ਤੇ ਸਿੰਘ ਸਭਾ ਲਹਿਰ ਸਾਡੇ ਵਿਰਸੇ ਪ੍ਰਤੀ ਚੇਤਨਤਾ ਸਾਡੇ ਨੌਜਵਾਨਾਂ ਦੇ ਵਿੱਚ ਪੈਦਾ ਕਰਦੀ ਹੈ। ਤੇ ਉਸੇ ਲਹਿਰ ਦੇ ਪ੍ਰਭਾਵ ਸਦਕਾ, ਉਸੇ ਲਹਿਰ ਦੇ ਆਊਟਪੁੱਟ ਸਦਕਾ ਬਹੁਤ ਸਾਰੇ ਖਾਲਸਾ ਸਕੂਲ ਤੇ ਖਾਲਸਾ ਕਾਲਜ ਜਿਹੜੇ ਹੈਗੇ ਆ ਹੋਂਦ ਵਿੱਚ ਆਉਣੇ ਸ਼ੁਰੂ ਹੁੰਦੇ ਹੈਗੇ ਆ। ਤੇ ਖਾਲਸਾ ਸਕੂਲਾਂ ਤੇ ਕਾਲਜਾਂ ਦਾ ਜਿਹੜਾ ਮੁੱਖ ਉਦੇਸ਼ ਰਿਹਾ ਕਿ ਅਸੀਂ ਆਪਣੀ ਨਵੀਂ ਪਨੀਰੀ ਨੂੰ, ਅਸੀਂ ਆਪਣੇ ਨੌਜਵਾਨਾਂ ਨੂੰ, ਅਸੀਂ ਆਪਣੇ ਵਿਰਸੇ ਦੇ ਨਾਲ, ਆਪਣੇ ਸੱਭਿਆਚਾਰ ਦੇ ਨਾਲ, ਆਪਣੀ ਬੋਲੀ ਦੇ ਨਾਲ, ਆਪਣੇ ਧਰਮ ਦੇ ਨਾਲ ਕਿਵੇਂ ਜੋੜ ਕੇ ਰੱਖਣਾ ਹੈਗਾ, ਇਸ ਦਿਸ਼ਾ ਵੱਲ
ਜਿਹੜੇ ਖਾਲਸਾ ਸੰਸਥਾਵਾਂ ਸੀਗੀਆਂ ਉਹ ਲਗਾਤਾਰ ਕਾਰਜ ਕਰਦੀਆਂ ਆ ਰਹੀਆਂ ਨੇ। ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਮੈਂ ਖਾਲਸਾ ਕਾਲਜ ਦੇ ਪਰਿਵਾਰ ਦਾ ਇੱਕ EMPLOYE ਹੈਗਾ, ਇੱਥੇ ਮੈਂ ਸੇਵਾ ਨਿਭਾ ਰਿਹਾ ਤੇ ਤੁਹਾਡੇ ਲਈ ਵੀ ਇੱਕ ਬੜੀ ਮਾਣ ਵਾਲੀ ਗੱਲ ਹੈਗੀ ਹੈ ਕਿ ਤੁਸੀਂ ਇਸ ਸੰਸਥਾ ਦੇ ਹਿੱਸਾ ਬਣੇ ਹੋ, ਤੁਸੀਂ ਇੱਥੇ ਵਿੱਦਿਆ ਪ੍ਰਾਪਤ ਕਰ ਰਹੇ ਹੋ। ਬਾਕੀ ਸੰਸਥਾਵਾਂ ਨਾਲੋਂ ਸਾਡੀ ਇਸ ਸੰਸਥਾ ਦਾ ਜਿਹੜਾ ਇੱਕ ਨਿਵੇਕਲਾ ਸਾਡਾ ਪੱਖ ਹੈਗਾ ਕਿ ਅਸੀਂ ਇੱਥੇ ਬੱਚਿਆਂ ਨੂੰ ਦੁਨਿਆਵੀ ਵਿੱਦਿਆ ਦੇ ਨਾਲ ਜਿਹੜੇ ਸਾਡੇ ਵਿਰਸੇ ਦੀਆਂ ਗੱਲਾਂ ਹੈਗੀਆਂ, ਸਾਡੇ ਸੱਭਿਆਚਾਰ ਦੀਆਂ ਗੱਲਾਂ ਹੈਗੀਆਂ, ਨੈਤਿਕਤਾ ਦੀਆਂ ਗੱਲਾਂ ਹੈਗੀਆਂ, ਅਸੀਂ ਉਹਨਾਂ ਨਾਲ ਜੋੜਨ ਦਾ ਲਗਾਤਾਰ ਕਾਰਜ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਕਰਦੇ ਰਹਿੰਦੇ ਹਾਂ ਤੇ ਇਹ ਸਾਡੀ ਸੰਸਥਾ ਦੀ ਵਿਲੱਖਣਤਾ ਹੈਗੀ ਹੈ ਤੇ ਸਾਨੂੰ ਆਪਣੀ ਸੰਸਥਾ ਦੀ ਇਸ ਵਿਲੱਖਣਤਾ ਤੇ ਮਾਣ ਵੀ ਹੋਣਾ ਚਾਹੀਦਾ ਹੈ ਤੇ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਕਿਵੇਂ ਵੱਧ ਤੋਂ ਵੱਧ ਜਿਹੜਾ ਹੈਗਾ ਆਪਣੇ ਵਿਰਸੇ ਨਾਲ ਜੋੜ ਕੇ ਰੱਖ ਸਕੀਏ। ਸਾਡੇ ਵਿਰਸੇ ਨਾਲ ਜੁੜਨਾ ਜ਼ਰੂਰੀ ਕਿਉਂ ਹੈਗਾ? ਪਿਆਰੇ ਵਿਦਿਆਰਥੀਓ, ਤੁਸੀਂ ਦੇਖੋਗੇ ਦੁਨੀਆ ਦੇ ਵਿੱਚ ਜੋ ਵੀ ਵੱਡੇ ਕਾਰਜ ਹੋਏ ਨੇ, ਵੱਡੀਆਂ ਰਚਨਾਵਾਂ ਹੋਈਆਂ ਨੇ, ਵੱਡੇ ਮਨੁੱਖ ਹੋਏ ਨੇ, ਉਹ ਤਾਂ ਹੀ ਵੱਡੇ ਬਣ ਸਕੇ ਕਿਉਂਕਿ ਆਪਣੇ ਵਿਰਸੇ ਨਾਲ ਜੁੜੇ ਹੋਏ ਸੀਗੇ। ਜੋ ਮਨੁੱਖ ਆਪਣੇ ਵਿਰਸੇ ਨਾਲ ਟੁੱਟ ਜੂਗਾ ਉਹ ਕਦੇ ਵੀ ਜ਼ਿੰਦਗੀ ਦੇ ਵਿੱਚ ਕਦੇ ਵੱਡੀਆਂ ਪੁਲਾਂਘਾਂ ਨਹੀਂ ਪੱਟ ਸਕਦਾ। ਇਸ ਕਰਕੇ ਆਪਣੀ ਜੜ੍ਹਾਂ ਦੇ ਨਾਲ ਜੁੜਨਾ, ਆਪਣੀ ਧਰਤੀ ਦੀ ਖੁਸ਼ਬੂ ਦੇ ਨਾਲ ਜੁੜਨਾ, ਇਹ ਸਾਡੇ ਸਾਹਮਣੇ ਇੱਕ ਸਭ ਤੋਂ ਵੱਡਾ ਸਰੋਕਾਰ ਹੈਗਾ ਤੇ ਅੱਜ ਦੇ ਸਮੇਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਮਾਡਰਨਾਈਜੇਸ਼ਨ ਦੇ ਪ੍ਰਭਾਵ ਸਦਕਾ ਜੋ ਸਾਡੀ ਪਨੀਰੀ ਦੇ ਵਿੱਚ, ਸਾਡੇ ਨੌਜਵਾਨਾਂ ਦੇ ਵਿੱਚ ਇੱਕ ਖਾਸ ਤਰੀਕੇ ਦਾ ਨਿਘਾਰ ਆ ਰਿਹਾ ਹੈਗਾ, ਜੋ ਸਾਡਾ ਕਲਚਰ ਇੱਕ ਤਰੀਕੇ ਦਾ, ਜਿਸ ਤਰੀਕੇ ਦਾ ਮਿਊਜ਼ਿਕ ਪੈਦਾ ਹੋ ਰਿਹਾ ਹੈਗਾ, ਅਸੀਂ ਇਸ ਚੀਜ਼ਾਂ ਤੋਂ ਬੱਚਿਆਂ ਨੂੰ ਕਿਵੇਂ ਬਚਾ ਸਕਦੇ ਹੈਗੇ ਆ ਤੇ ਇੱਕ ਚੰਗੀਆਂ ਕਦਰਾਂ ਕੀਮਤਾਂ ਨਾਲ ਅਸੀਂ ਕਿਵੇਂ ਜੋੜ ਸਕਦੇ ਹੈਗੇ ਆ। ਭਾਈ ਗੁਰਦਾਸ ਜੀ ਕਹਿੰਦੇ ਆ, ਕੁਰਬਾਨੀ ਤਿੰਨਾ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ। ਅੱਜ ਗੁਰੂ ਹਰਿਰਾਏ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ, ਗੁਰਪੁਰਬ ਹੈ ਤੇ ਭਾਈ ਗੁਰਦਾਸ ਜੀ ਅਨੁਸਾਰ ਜੋ ਆਪਣੇ ਗੁਰੂ ਸਾਹਿਬਾਨ ਨੂੰ ਚੇਤੇ ਕਰਦੇ ਨੇ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਕਿਉਂਕਿ ਉਹ ਆਪਣੇ ਗੁਰੂਆਂ ਪ੍ਰਤੀ ਸ਼ਰਧਾ ਭਾਵਨਾ, ਸਤਿਕਾਰ ਉਹ ਪ੍ਰਗਟ ਕਰ ਰਹੇ ਹੁੰਦੇ ਹੈਗੇ ਆ। ਅਸੀਂ ਗੁਰੂ ਸਾਹਿਬ ਜੀ ਦੇ ਆਗਮਨ ਨੂੰ ਅਸੀਂ ਪ੍ਰਕਾਸ਼ ਸ਼ਬਦ ਦੇ ਰਾਹੀਂ ਅਸੀਂ ਉਹਨੂੰ ਐਕਸਪਲੇਨ ਕਰਦੇ ਹੈਗੇ ਆ। ਗੁਰੂ ਸਾਹਿਬ ਦਾ ਜਨਮ ਨਹੀਂ ਹੁੰਦਾ, ਉਹਨਾਂ ਦਾ ਪ੍ਰਕਾਸ਼ ਹੁੰਦਾ ਹੈ। ਜਨਮ ਕਿਹੜੇ ਵਿਅਕਤੀਆਂ ਦਾ ਹੁੰਦਾ ਹੈ? ਜੋ ਕਰਮ ਦੇ ਪ੍ਰਭਾਵ ਸਦਕਾ ਸਰੀਰ ਧਾਰਨ ਕਰਦੇ ਹੈਗੇ ਆ। ਪਰ ਗੁਰੂ ਸਾਹਿਬ ਬਾਰੇ ਕਹਿੰਦੇ ਕਿ ਜਨਮ ਮਰਨ ਦੂਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰਸਿਓ ਲੈਣ ਮਿਲਾਏ। ਜਿਹੜੇ ਪਰਉਪਕਾਰੀ ਮਨੁੱਖ ਹੈਗੇ ਆ, ਪਰਉਪਕਾਰੀ ਪੁਰਸ਼ ਹੈਗੇ ਆ, ਗੁਰੂ ਸਾਹਿਬਾਨ ਹੈਗੇ ਆ, ਉਹ ਕਿਸ ਲਈ ਇਸ ਧਰਤੀ ਦੇ ਉੱਪਰ ਆਏ? ਤਾਂ ਕਿ ਉਹ ਆਮ ਲੋਕਾਂ ਨੂੰ ਜ਼ਿੰਦਗੀ ਜਿਉਣ ਦਾ ਇੱਕ ਸਲੀਕਾ, ਇੱਕ ਤਰੀਕਾ ਦੱਸ ਸਕਣ ਕਿ ਤੁਸੀਂ ਜ਼ਿੰਦਗੀ ਨੂੰ ਜਿਉਣਾ ਕਿਹੜੇ ਪੱਖ ਤੋਂ ਹੈਗਾ, ਤੁਸੀਂ ਕਿਹੜੀਆਂ ਚੀਜ਼ਾਂ ਨੂੰ ਮੁੱਖ ਰੱਖ ਕੇ ਆਪਣੇ ਜੀਵਨ ਦੇ ਵਿੱਚ ਅੱਗੇ ਵਧਣਾ ਹੈਗਾ। ਗੁਰੂ ਹਰਿਰਾਏ ਸਾਹਿਬ ਜੀ, ਇਹਨਾਂ ਦਾ ਜਿਹੜਾ ਪ੍ਰਕਾਸ਼ ਹੈਗਾ ਉਹ 1630 ਈਸਵੀ ਦੇ ਵਿੱਚ ਹੋਇਆ ਸੀਗਾ। ਇਹਨਾਂ ਦੇ ਪਿਤਾ ਬਾਬਾ ਗੁਰਦਿੱਤਾ ਜੀ ਤੇ ਮਾਤਾ ਨਿਹਾਲ ਕੌਰ ਜੀ ਸਨ। ਇਹਨਾਂ ਦਾ ਪ੍ਰਕਾਸ਼ ਦਾ ਜਿਹੜਾ ਸਥਾਨ ਹੈਗਾ ਉਹ ਕੀਰਤਪੁਰ ਸਾਹਿਬ ਹੈਗਾ। ਛੋਟੀ ਜੀ ਉਮਰ ਦੇ ਵਿੱਚ 1644 ਈਸਵੀ ਦੇ ਵਿੱਚ 14 ਸਾਲ ਦੀ ਉਮਰ ਸੀ ਜਦੋਂ ਉਹਨਾਂ ਦੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹਨਾਂ ਨੂੰ ਗੁਰਿਆਈ ਬਖਸ਼ੀ ਸੀਗੀ। ਗੁਰਿਆਈ ਬਖਸ਼ਣ ਤੋਂ ਬਾਅਦ ਇਹਨਾਂ ਨੇ ਲਗਾਤਾਰ ਜਿਹੜਾ ਨਾਨਕ ਪੰਥ ਸੀਗਾ, ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਸੀਗੀ, ਉਹਨਾਂ ਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾਣ ਦਾ ਕਾਰਜ ਕੀਤਾ। ਇਹਨਾਂ ਦੇ ਆਨੰਦ ਕਾਰਜ ਬੀਬੀ ਸੁਲੱਖਣੀ ਜੀ ਦੇ ਨਾਲ ਹੋਏ ਤੇ ਇਹਨਾਂ ਤੋਂ ਇਹਨਾਂ ਦੇ ਦੋ ਪੁੱਤਰ ਹੋਏ, ਬਾਬਾ ਰਾਮ ਰਾਏ ਜੀ ਤੇ ਹਰਕ੍ਰਿਸ਼ਨ ਜੀ, ਜੋ ਬਾਅਦ ਦੇ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਬਣੇ। ਗੁਰਬਾਣੀ ਦੇ ਵਿੱਚ ਆਉਂਦਾ ਹੈ ਕਿ ਗੁਰੂ ਸਾਹਿਬਾਨ ਬੇਸ਼ੱਕ ਸ਼ਰੀਰਾਂ ਕਰਕੇ ਦੱਸ ਨੇ, ਪਰ ਉਹਨਾਂ ਦੇ ਵਿੱਚ ਜੋਤ ਇੱਕੋ ਹੀ ਹੈਗੀ ਹੈ। ਇੱਕੋ ਜੋਤ ਦਾ ਭਾਵ ਹੈਗਾ ਕਿ ਜੋ ਮਿਸ਼ਨ, ਜੋ ਅਨੁਭਵ ਗੁਰੂ ਨਾਨਕ ਸਾਹਿਬ ਨੂੰ ਪ੍ਰਾਪਤ ਹੋਇਆ, ਉਸੇ ਅਨੁਭਵ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣਾ ਦੇ ਵਿੱਚ ਟ੍ਰਾਂਸਫਰ ਕੀਤਾ ਤੇ ਉਹ ਗੁਰੂ ਅੰਗਦ ਦੇਵ ਪਾਤਸ਼ਾਹ ਹੋ ਗਏ। ਗੁਰੂ ਅੰਗਦ ਦੇਵ ਪਾਤਸ਼ਾਹ ਨੇ ਉਹੀ ਅਨੁਭਵ ਜੋ ਹੈ ਆਪਣੇ ਅਗਲੇ ਗੁਰੂ ਦੇ ਵਿੱਚ ਟ੍ਰਾਂਸਫਰ ਕੀਤਾ। ਇਸ ਕਰਕੇ ਜੋਤ ਕਰਕੇ ਗੁਰੂ ਸਾਹਿਬ ਇੱਕ ਨੇ, ਸ਼ਰੀਰ ਕਰਕੇ ਬੇਸ਼ੱਕ 10 ਨੇ, ਤੇ ਉਹ ਜੋਤ ਦੀ ਸੰਪੂਰਨਤਾ ਜਿਹੜੀ ਹੈਗੀ ਹੈ ਬਾਅਦ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੁੰਦੀ ਹੈ, ਜਿਹਨੂੰ ਅਸੀਂ ਪ੍ਰਗਟ ਗੁਰਾਂ ਦੀ ਦੇਹ ਕਰਕੇ ਜਾਣਦੇ ਹੈਗੇ ਹਾਂ। ਜਿਵੇਂ ਕਿ ਹੁਣੇ ਤੁਹਾਨੂੰ ਦੱਸਿਆ ਡਾਕਟਰ ਸਾਹਿਬ ਨੇ, ਗੁਰੂ ਹਰਗੋਬਿੰਦ ਪਾਤਸ਼ਾਹ ਸਾਰੀ ਉਮਰ ਉਹ ਜਬਤ ਦੇ ਵਿੱਚ ਰਹੇ, ਬੇਸ਼ੱਕ ਵੀ ਉਹਨਾਂ ਨੇ ਜੰਗ ਨਹੀਂ ਕੀਤਾ, ਪਰ ਜੋ ਸਿਧਾਂਤ ਉਹਨਾਂ ਦੇ ਦਾਦਾ ਗੁਰੂ ਜੀ ਨੇ ਚਲਾਇਆ ਸੀਗਾ ਮੀਰੀ ਪੀਰੀ ਦਾ, ਉਹ ਸਿਧਾਂਤ ਦੀ ਪਾਲਣਾ ਕਰਦੇ ਰਹੇ ਤੇ 2200 ਘੁੜਸਵਾਰ ਉਹਨਾਂ ਦੇ ਨਾਲ ਹਮੇਸ਼ਾ ਨਾਲ ਚੱਲਦੇ ਰਹੇ। ਜਦੋਂ ਅਸੀਂ ਗੁਰੂ ਸਾਹਿਬ ਜੀ ਦੇ ਜੀਵਨ ਨੂੰ ਅਸੀਂ ਦੇਖਦੇ ਹਾਂ, ਉਹਨਾਂ ਦੀ ਘਟਨਾਵਾਂ ਦੀ ਪੜਚੋਲ ਕਰਦੇ ਹਾਂ,
ਤੇ ਅਸੀਂ ਗੁਰੂ ਸਾਹਿਬ ਜੀ ਦੇ ਜੀਵਨ ਦੇ ਵਿੱਚ ਜੋ ਪ੍ਰਮੁੱਖ 3 ਪੱਖ ਹੈਗੇ ਆ ਉਹਨੂੰ ਅਸੀਂ ਦੇਖ ਸਕਦੇ ਹਾਂ। ਪਹਿਲਾ ਪੱਖ ਹੈ ਕਿ ਗੁਰੂ ਸਾਹਿਬ ਜੀ ਗੁਰਬਾਣੀ ਦਾ ਅਦਬ ਤੇ ਸਤਿਕਾਰ ਕਿੰਨਾ ਕਰਦੇ ਸੀਗੇ। ਦੂਸਰਾ ਪੱਖ ਹੈਗਾ ਕਿ ਗੁਰੂ ਸਾਹਿਬ ਜਿਹੜੇ ਹੈਗੇ ਆ ਉਹ ਲੋਕਾਂ ਦੇ ਲਈ ਕਿਹੜੇ ਪਰਉਪਕਾਰੀ ਕਾਰਜ ਕਰਦੇ ਰਹੇ। ਤੇ ਤੀਸਰਾ ਪੱਖ ਹੈਗਾ ਕਿ ਗੁਰੂ ਸਾਹਿਬ ਜੀ ਦਾ ਕੁਦਰਤ ਪ੍ਰੇਮ ਕੀ ਸੀਗਾ। ਜਦੋਂ ਅਸੀਂ ਕੁਦਰਤ ਪ੍ਰੇਮ ਦੀ ਗੱਲ ਕਰਦੇ ਹਾਂ ਤੇ ਅਸੀਂ ਦੇਖਦੇ ਹਾਂ ਕਿ ਗੁਰੂ ਹਰਿਰਾਏ ਸਾਹਿਬ ਜੀ ਦੇ ਜਨਮ ਨਾਲ ਸੰਬੰਧਿਤ, ਪ੍ਰਕਾਸ਼ ਨਾਲ ਸੰਬੰਧਿਤ ਵਰਲਡ ਈਕੋ ਡੇ 14 ਮਾਰਚ ਨੂੰ ਹਰ ਸਾਲ ਬਣਾਇਆ ਜਾਂਦਾ ਹੈਗਾ। ਇਹਨੂੰ ਵਿਸ਼ਵ ਵਾਤਾਵਰਣ ਦਿਵਸ ਦੇ ਤੌਰ ਤੇ ਅਸੀਂ ਜਾਣਦੇ ਹੈਗੇ ਹਾਂ। ਕਿਉਂ ਬਣਾਇਆ ਜਾਂਦਾ ਹੈ? ਕਿਉਂਕਿ ਗੁਰੂ ਹਰਿਰਾਏ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਵਿਖੇ ਗੁਰੂ ਕੇ ਬਾਗ ਦੀ ਜਿਹੜੀ ਹੈਗੀ ਆ ਉਹ ਸਥਾਪਨਾ ਕੀਤੀ ਸੀ। ਤੇ ਗੁਰੂ ਸਾਹਿਬ ਬਹੁਤ ਵਾਤਾਵਰਣ ਪ੍ਰੇਮੀ ਸੀਗੇ। ਇੱਕ ਵਾਰ ਦੀ ਸਾਖੀ ਆਉਂਦੀ ਹੈ, ਇੱਕ ਵਾਰ ਗੁਰੂ ਹਰਗੋਬਿੰਦ ਸਾਹਿਬ ਜੀ ਬਾਗ ਦੇ ਵਿੱਚ ਸੈਰ ਕਰ ਰਹੇ ਹੈਗੇ ਹੈ ਤੇ ਗੁਰੂ ਹਰਿਰਾਏ ਸਾਹਿਬ ਜੀ ਉਹਨਾਂ ਨੇ ਇੱਕ ਵੱਡਾ ਚੋਲਾ ਪਾਇਆ ਹੋਇਆ 101 ਕਲੀਆਂ ਵਾਲਾ ਤੇ ਬੜੀ ਕਾਹਲ ਦੇ ਵਿੱਚ ਤੁਰਦੇ ਹੋਏ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਮਿਲਣ ਵਾਸਤੇ ਜਾ ਰਹੇ ਨੇ। ਤੇ ਜਦੋਂ ਜਾ ਰਹੇ ਨੇ ਤੇ ਰਸਤੇ ਦੇ ਵਿੱਚ ਇੱਕ ਫੁੱਲ ਦੇ ਬੂਟੇ ਨਾਲ ਉਹਨਾਂ ਦਾ ਚੋਲਾ ਅੜਦਾ ਹੈਗਾ ਤੇ ਕੁਝ ਫੁੱਲ ਟੁੱਟ ਕੇ ਡਿੱਗ ਪੈਂਦੇ ਹੈਗੇ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਉਹਨਾਂ ਨੂੰ ਤਾੜਨਾ ਕਰਦੇ ਹੈਗੇ ਹੈ ਕਿ ਜਦੋਂ ਜ਼ਿੰਮੇਵਾਰੀ ਵੱਡੀ ਹੋਵੇ ਤੇ ਕਦਮ ਜਿਹੜੇ ਹੈਗੇ ਸੰਭਾਲ ਕੇ ਚੁੱਕਣੇ ਚਾਹੀਦੇ ਹੈਗੇ ਨੇ। ਜੋ ਤੁਸੀਂ ਚੋਲਾ ਵੱਡਾ ਪਾਇਆ ਤੇ ਤੁਹਾਡੇ ਕਦਮ ਇੰਨੇ ਸਲੀਕੇ ਨਾਲ ਉੱਠਣੇ ਚਾਹੀਦੇ ਹੈ ਕਿ ਤੁਹਾਡੇ ਆਲੇ ਦੁਆਲੇ ਕਿਸੇ ਚੀਜ਼ ਨੂੰ ਕੋਈ ਨੁਕਸਾਨ ਨਾ ਹੋਵੇ। ਗੁਰੂ ਹਰਿਰਾਏ ਪਾਤਸ਼ਾਹ ਜੀ ਨੇ ਇਸ ਗੱਲ ਨੂੰ ਸਾਰੀ ਉਮਰ ਦ੍ਰਿੜ ਰੱਖਿਆ ਤੇ ਉਸ ਤੋਂ ਉਪਰੰਤ ਉਹਨਾਂ ਨੇ ਕਦੇ ਵੀ ਕੋਈ ਵੀ ਕੰਮ ਜਿਹੜਾ ਹੈਗਾ ਉਹ ਕਾਲ ਦੇ ਵਿੱਚ ਨਹੀਂ ਕੀਤਾ ਤੇ ਹਰ ਥਾਂ ਉਹ ਬੜੇ ਨਿਮਰਤਾ ਦੇ ਨਾਲ, ਬੜੇ ਸਹਿਜ ਦੇ ਨਾਲ ਜਿਹੜਾ ਹੈਗਾ ਉਹ ਵਿਚਰਦੇ ਰਹੇ। ਦੂਸਰੀ ਗੱਲ, ਜਦੋਂ ਅਸੀਂ ਦੇਖਦੇ ਹਾਂ ਕਿ ਉਹਨਾਂ ਦੇ ਗੁਰਬਾਣੀ ਦਾ ਅਦਬ ਤੇ ਪ੍ਰੇਮ ਉਹ ਕਿਸ ਤਰੀਕੇ ਨਾਲ ਨਿਭਾਉਂਦੇ ਸੀਗੇ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ। ਪੰਜਵੇਂ ਪਾਤਸ਼ਾਹ ਜੀ ਤੋਂ ਬਾਅਦ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਲ ਕੀਤੀ ਤੇ 1708 ਦੇ ਵਿੱਚ ਗੁਰੂ ਸਾਹਿਬ ਜੀ ਨੂੰ ਗੁਰਿਆਈ ਦੇ ਕੇ ਉਹ ਜੋਤੀ ਜੋਤ ਸਮਾ ਗਏ। ਗੁਰੂ ਨਾਨਕ ਜੋਤ ਜਿਹੜੀ ਹੈਗੀ ਹੈ ਉਹ ਗ੍ਰੰਥ ਤੇ ਪੰਥ ਦੇ ਵਿੱਚ ਨਿਵਾਸ ਕਰਦੀ ਹੈਗੀ ਹੈ। ਗੁਰੂ ਸਾਹਿਬ ਬਾਣੀ ਦਾ ਅਦਬ ਕਿੰਨਾ ਕਰਦੇ ਸੀ। ਉਹ ਕਹਿੰਦੇ ਆ, ਆਵਤ ਦੇਖ ਸ੍ਰੀ ਗ੍ਰੰਥ ਕੋ ਉੱਠੇ ਪ੍ਰਭੂ ਸੁਖ ਖਾਨ। ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਵਾਰੀ ਆਉਂਦੀ ਸੀ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਬੜੇ ਸਤਿਕਾਰ ਦੇ ਨਾਲ ਖੜੇ ਹੋ ਜਾਂਦੇ ਸੀਗੇ, ਨਮਸਕਾਰ ਕਰਦੇ ਸੀ। ਕਰ ਬੰਦਨ ਸ੍ਰੀ ਗ੍ਰੰਥ ਕੋ ਬੈਠੇ ਕਿਰਪਾ ਨਿਧਾਨ। ਤੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕ ਕੇ ਫਿਰ ਆਪਣੇ ਆਸਣ ਤੇ ਜਿਹੜੇ ਹੈਗੇ ਉਹ ਸਜਦੇ ਹੁੰਦੇ ਸੀਗੇ। ਇੰਨਾ ਕੁ ਸਤਿਕਾਰ ਗੁਰੂ ਅਰਜਨ ਦੇਵ ਪਾਤਸ਼ਾਹ ਵੱਲੋਂ ਬਾਣੀ ਦਾ ਕੀਤਾ ਜਾਂਦਾ ਸੀਗਾ। ਜਦੋਂ ਗੁਰੂ ਸਾਹਿਬ ਦਾ ਸੁਖਾਸਨ ਕੀਤਾ ਜਾਂਦਾ ਸੀਗਾ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜ਼ਮੀਨ ਤੇ ਭੁੰਜੇ ਜਿਹੜੇ ਹੈਗੇ ਉਹ ਵਿਸ਼ਰਾਮ ਕਰਦੇ ਸੀ, ਕਦੇ ਮੰਜੇ ਤੇ ਚੜ੍ਹ ਕੇ ਉਹ ਵਿਸ਼ਰਾਮ ਨਹੀਂ ਕਰਦੇ ਸੀਗੇ। ਇਸ ਤਰੀਕੇ ਦਾ ਜਿਹੜਾ ਜੀਵਨ ਸੀਗਾ। ਤੇ ਗੁਰੂ ਸਾਹਿਬ ਕਹਿੰਦੇ ਆ ਕਿ ਸਿੱਖ ਦਾ ਜਨਮ ਸਿੱਖ ਦੇ ਘਰ ਵਿੱਚ ਜਨਮ ਲੈਣ ਨਾਲ ਨਹੀਂ ਹੁੰਦਾ, ਸਿੱਖ ਦਾ ਜਨਮ ਬਾਣੀ ਵਿੱਚੋਂ ਹੁੰਦਾ ਹੈ। ਜੋ ਸਿੱਖ ਬਾਣੀ ਨੂੰ ਹੰਢਾਉਂਦਾ ਹੈਗਾ, ਬਾਣੀ ਦਾ ਅਭਿਆਸ ਕਰਦਾ ਤਾਂ ਹੀ ਉਹਨੂੰ ਸਿੱਖੀ ਪ੍ਰਾਪਤ ਹੁੰਦੀ ਹੈ। ਉਸ ਤੋਂ ਬਿਨਾਂ ਉਹਨੂੰ ਸਿੱਖੀ ਪ੍ਰਾਪਤ ਨਹੀਂ ਹੋ ਸਕਦੀ। ਜਿਸ ਪੈ ਅਦਬ ਨਾ ਬਾਣੀ ਧਾਰਾ ਸੋ ਜਾਨੋ ਸਿੱਖ ਨਹੀਂ ਹਮਾਰਾ। ਕਿ ਜਿਸ ਵੀ ਸਿੱਖ ਦੇ ਵਿੱਚ ਬਾਣੀ ਦਾ ਅਦਬ ਤੇ ਸਤਿਕਾਰ ਨਹੀਂ ਹੈਗਾ ਉਹ ਗੁਰੂ ਸਾਹਿਬ ਦਾ ਸਿੱਖ ਨਹੀਂ ਹੋ ਸਕਦਾ। ਕਿਉਂਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ। ਕਿਉਂਕਿ ਰਹਿਤ ਜਿਹੜੀ ਹੈਗੀ ਹੈ ਉਹ ਗੁਰੂ ਨੂੰ ਪਿਆਰੀ ਹੈ, ਗੁਰੂ ਨੂੰ ਸਿੱਖ ਨਹੀਂ ਪਿਆਰਾ। ਜੋ ਰਹਿਤ ਰੱਖਦਾ ਹੈਗਾ ਉਹੀ ਗੁਰੂ ਦਾ ਅਸਲ ਸਿੱਖ ਹੈ। ਤੇ ਸਭ ਤੋਂ ਵੱਡੀ ਰਹਿਤ ਕੀ ਹੈ? ਉਹ ਬਾਣੀ ਦਾ ਜਿਹੜਾ ਹੈਗਾ ਸਤਿਕਾਰ ਕਰਨਾ। ਜਦੋਂ ਅਸੀਂ ਬਾਣੀ ਦੇ ਸਤਿਕਾਰ ਦੀ ਗੱਲ ਕਰਦੇ ਹਾਂ ਤੇ ਗੁਰੂ ਹਰਿਰਾਏ ਸਾਹਿਬ ਜੀ ਦੇ ਜੀਵਨ ਨਾਲ ਜਿਹੜੀ ਜੁੜੀ ਹੋਈ ਸਾਖੀ ਹੈ ਕਿ ਔਰੰਗਜ਼ੇਬ ਜਿਹੜਾ ਹੈਗਾ ਉਹ ਗੁਰੂ ਹਰਿਰਾਏ ਸਾਹਿਬ ਜੀ ਨੂੰ ਸੰਮਨ ਕਰਦਾ ਹੈ ਕਿ ਸਾਡੇ ਦਰਬਾਰ ਦੇ ਵਿੱਚ ਤੁਸੀਂ ਆ ਕੇ ਹਾਜ਼ਰ ਹੋ। ਕਿਉਂਕਿ ਔਰੰਗਜ਼ੇਬ ਨੂੰ ਖਤਰਾ ਹੈਗਾ ਕਿ ਇਹਨਾਂ ਦੇ ਦਾਦਾ ਗੁਰੂ ਜੀ ਨੇ 4 ਜੰਗਾਂ ਲੜੀਆਂ ਸੀਗੀਆਂ ਤੇ ਇਹਨਾਂ ਨੂੰ ਖਤਰਾ ਹੈ ਕਿ ਦੁਬਾਰੇ ਕਿਤੇ ਮੇਰੇ ਰਾਜ ਭਾਗ ਵਾਸਤੇ ਕੋਈ ਸਮੱਸਿਆ ਪੈਦਾ ਇਹ ਨਾ ਕਰਨ। ਗੁਰੂ ਹਰਿਰਾਏ ਸਾਹਿਬ ਜੀ ਖੁਦ ਨਹੀਂ ਜਾਂਦੇ, ਆਪਣੇ ਵੱਡੇ ਪੁੱਤਰ ਉਹ ਰਾਮ ਰਾਏ ਜੀ ਨੂੰ ਭੇਜ ਦਿੰਦੇ ਹੈਗੇ ਆ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ। ਇਹ ਉਸ ਸਮੇਂ ਦੇ ਬਾਦਸ਼ਾਹਾਂ ਦੀ ਇੱਕ ਪਾਲਿਸੀ ਵੀ ਹੁੰਦੀ ਸੀ ਕਿ ਜੋ ਉਹਨਾਂ ਦੇ ਅਧੀਨ ਰਾਜੇ ਮਹਾਰਾਜੇ ਹੁੰਦੇ ਸੀਗੇ ਉਹਨਾਂ ਦੇ ਵੱਡੇ ਪੁੱਤਰ ਨੂੰ ਆਪਣੇ ਦਰਬਾਰ ਦੇ ਵਿੱਚ ਉਹ ਸੰਮਨ ਕਰਕੇ ਉੱਥੇ ਕਾਫੀ ਸਮਾਂ ਉਹਨੂੰ ਰੱਖਦੇ ਹੁੰਦੇ ਸੀਗੇ। ਉਹਦੇ ਪਿੱਛੇ ਮੇਨ ਕਾਰਨ ਆਹ ਹੁੰਦਾ ਸੀਗਾ ਕਿ ਉਹਨਾਂ ਦੇ ਜਿਹੜੇ ਪਿਤਾ ਹੈਗੇ ਆ ਉਹ ਰਾਜ ਭਾਗ ਦੇ ਨਾਲ ਵਿਦਰੋਹ ਨਾ ਕਰਨ, ਰਾਜੇ ਨਾਲ ਵਿਦਰੋਹ ਨਾ ਕਰਨ। ਇੱਕ ਗਾਰੰਟੀ ਦੇ ਤੌਰ ਤੇ
ਉਹਨਾਂ ਦੇ ਵੱਡੇ ਪੁੱਤਰ ਜਿਹੜੇ ਹੈਗੇ ਆ ਮਹਾਰਾਜ ਦੇ ਦਰਬਾਰ ਦੇ ਵਿੱਚ ਰਹਿੰਦੇ ਹੁੰਦੇ ਸੀਗੇ। ਤੇ ਦੂਜਾ ਪੱਖ ਇਹਦਾ ਆ ਵੀ ਹੁੰਦਾ ਸੀਗਾ ਕਿ ਰਾਜਾ ਜਿਹੜਾ ਹੈਗਾ ਜਾਂ ਬਾਦਸ਼ਾਹ ਔਰੰਗਜ਼ੇਬ ਜਿਹੜਾ ਹੈਗਾ ਉਹ ਆਪਣੇ ਹਿਸਾਬ ਨਾਲ ਉਹਨਾਂ ਸਾਹਿਬਜ਼ਾਦਿਆਂ ਦਾ ਉਹਨਾਂ ਦਾ ਮਾਈਂਡ ਵਾਸ਼ ਕਰ ਸਕੇ, ਤਾਂ ਕਿ ਕੱਲ੍ਹ ਨੂੰ ਜਦੋਂ ਗੱਦੀ ਦੇ ਉੱਪਰ ਬੈਠਣ ਤੇ ਉਹ ਰਾਜ ਭਾਗ ਦੇ ਵਫਾਦਾਰ ਹੋ ਕੇ ਚੱਲਣ। ਜਦੋਂ ਰਾਮ ਰਾਏ ਜੀ ਉਹਨਾਂ ਦੇ ਦਰਬਾਰ ਔਰੰਗਜ਼ੇਬ ਦਰਬਾਰ ਦੇ ਵਿੱਚ ਜਾਂਦੇ ਹੈ, ਕਾਫੀ ਲੰਬਾ ਸਮਾਂ ਰਹਿੰਦੇ ਹੈ, ਤੇ ਔਰੰਗਜ਼ੇਬ ਰਾਮ ਰਾਏ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੁੰਦਾ ਹੈ ਤੇ ਰਾਮ ਰਾਏ ਵੀ ਔਰੰਗਜ਼ੇਬ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੁੰਦਾ ਹੈ। ਇੱਕ ਵਾਰੀ ਕੋਈ ਕਹਿੰਦਾ ਹੈ ਕਿ ਇਹਨਾਂ ਦਾ ਜੋ ਇਹਦੇ ਵਿੱਚ ਮੁਸਲਮਾਨਾਂ ਬਾਰੇ ਕੁਝ ਗਲਤ ਸ਼ਬਦ ਜਿਹੜੇ ਹੈਗੇ ਆ ਉਹ ਲਿਖੇ ਹੋਏ ਨੇ। ਜਦੋਂ ਇਸ ਗੱਲ ਦੀ ਪੜਤਾਲ ਔਰੰਗਜ਼ੇਬ ਰਾਮ ਰਾਏ ਜੀ ਤੋਂ ਕਰਵਾਉਂਦੇ ਹੈਗੇ ਆ ਤੇ ਰਾਮ ਰਾਏ ਜੀ ਔਰੰਗਜ਼ੇਬ ਦੇ ਸਨਮੁਖ ਜਿਹੜੀ ਹੈਗੀ ਆ ਬਾਣੀ ਦੀ ਪੰਕਤੀ ਦਾ ਗਲਤ ਉਚਾਰਨ ਕਰਦੇ ਹੈਗੇ ਆ। ਅਸਲ ਪੰਕਤੀ ਸੀਗੀ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਤੇ ਰਾਮ ਰਾਏ ਜੀ ਕਹਿੰਦੇ ਜੀ ਇੱਥੇ ਮੁਸਲਮਾਨ ਨਹੀਂ ਹੈਗਾ, ਇੱਥੇ ਮਿੱਟੀ ਬੇਈਮਾਨ ਕੀ ਹੈਗਾ, ਇੱਥੇ ਇਸ ਕਰਕੇ ਇੱਥੇ ਗਲਤੀ ਹੈਗੀ। ਜਦੋਂ ਇਹ ਇੱਕ ਸ਼ਬਦ ਚੇਂਜ ਕਰਦੇ ਆ ਬਾਣੀ ਦਾ, ਤੇ ਜਦੋਂ ਇਸ ਗੱਲ ਦਾ ਗੁਰੂ ਆਪਣੇ ਹਰਰਾਏ ਜੀ ਨੂੰ ਪਤਾ ਲੱਗਦਾ ਹੈਗਾ ਤੇ ਉਸੇ ਸਮੇਂ ਕਹਿ ਜਾਂਦੇ ਆ ਕਿ ਅੱਜ ਤੋਂ ਬਾਅਦ ਮੇਰਾ ਪੁੱਤਰ ਰਾਮ ਰਾਏ ਮੇਰੇ ਮੱਥੇ ਨਾ ਲੱਗੇ, ਕਿਉਂਕਿ ਉਹਨੇ ਗੁਰਬਾਣੀ ਦੇ ਵਿੱਚ ਬਦਲਾਅ ਕੀਤਾ ਹੈਗਾ। ਠੀਕ ਹੈ, ਇੱਕ ਛੋਟੀ ਜੀ ਗੁਰਬਾਣੀ ਦੇ ਵਿੱਚ ਬਦਲਾਅ ਕਰਨ ਕਰਕੇ ਗੁਰੂ ਹਰਰਾਏ ਸਾਹਿਬ ਜੀ ਨੇ ਆਪਣੇ ਵੱਡੇ ਪੁੱਤਰ ਨੂੰ ਉਸ ਤੋਂ ਬਾਅਦ ਕਦੇ ਆਪਣੇ ਮੱਥੇ ਨਹੀਂ ਲਾਇਆ ਸੀਗਾ, ਕਦੇ ਉਹਦਾ ਮੂੰਹ ਨਹੀਂ ਵੇਖਿਆ ਸੀਗਾ। ਇੱਕ ਹੋਰ ਸਾਖੀ ਆਉਂਦੀ ਹੈ ਕਿ ਦਾਰਾ ਸ਼ਿਕੋ ਜੋ ਹੈ ਉਹ ਬੜਾ ਸਤਿਕਾਰ ਕਰਦਾ ਹੈ ਗੁਰੂ ਸਾਹਿਬ ਦਾ। ਇੱਕ ਵਾਰੀ ਗੁਰੂ ਸਾਹਿਬ ਜੀ ਦਰਬਾਰ ਦੇ ਵਿੱਚ ਅੰਮ੍ਰਿਤ ਵੇਲੇ ਹਾਜ਼ਰੀ ਭਰ ਰਿਹਾ ਹੁੰਦਾ ਹੈ, ਆਸਾ ਦੀ ਵਾਰ ਦਾ ਕੀਰਤਨ ਚੱਲ ਰਿਹਾ ਹੁੰਦਾ ਹੈ, ਤੇ ਆਸਾ ਦੀ ਵਾਰ ਦੇ ਵਿੱਚ ਸ਼ਬਦ ਆਉਂਦਾ ਹੈ ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾ ਕਰਾਏਂਦਾ, ਕਿ ਜਦੋਂ ਉਹ ਅਕਾਲ ਪੁਰਖ ਪਰਮਾਤਮਾ ਆਪਣੀ ਨਜ਼ਰ ਫੇਰ ਲਵੇ ਤੇ ਸੁਲਤਾਨਾਂ ਨੂੰ ਵੀ ਘਾਹ ਚਰਨ ਦੇ ਲਈ ਮਜਬੂਰ ਕਰ ਦਿੰਦਾ ਹੈ। ਤੇ ਜਿਹੜਾ ਦਾਰਾ ਸ਼ਿਕੋ ਹੈਗਾ ਉਹ ਇਸ ਪੰਕਤੀ ਦੀ ਸ਼ੰਕਾ ਪ੍ਰਗਟ ਕਰਦਾ ਹੈ ਕਿ ਮਹਾਰਾਜ ਇਹ ਕਿਵੇਂ ਹੋ ਸਕਦਾ ਹੈ ਕਿ ਇੱਕ ਬਾਦਸ਼ਾਹ ਜਿਹਦੇ ਕੋਲੇ ਦੁਨੀਆ ਦਾ ਹਰ ਸੁੱਖ ਆਰਾਮ ਸਹੂਲਤ ਮੌਜੂਦ ਹੈਗੀ ਹੈ, ਉਹ ਕਿਸ ਤਰੀਕੇ ਨਾਲ ਘਰ ਚੜ ਸਕਦਾ ਹੈਗਾ। ਤੇ ਗੁਰੂ ਹਰਰਾਏ ਪਾਤਸ਼ਾਹ ਹੱਸਦੇ ਨੇ, ਕਹਿੰਦੇ ਸਮਾਂ ਆਉਣ ਤੇ ਤੈਨੂੰ ਪਤਾ ਲੱਗ ਜਾਊਗਾ। ਸਮਾਂ ਬੀਤਦਾ ਹੈਗਾ, ਔਰੰਗਜ਼ੇਬ ਆਪਣੇ ਰਾਜ ਭਾਗ ਨੂੰ ਸੁਰੱਖਿਅਤ ਕਰਨ ਲਈ ਦਾਰਾ ਸ਼ਿਕੋ ਨੂੰ ਕੈਦ ਕਰਦਾ ਹੈਗਾ। ਕੈਦ ਕਰਕੇ ਉਹਦੀ ਮੁਸ਼ਕਾ ਬਣ ਕੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਵੱਲ ਲੈ ਕੇ ਜਾ ਰਹੇ ਹੁੰਦੇ ਹੈਗੇ ਆ, ਤੇ ਸਿਪਾਹੀਆਂ ਨੂੰ ਹੁਕਮ ਹੁੰਦਾ ਹੈ ਕਿ ਇਹਨੂੰ ਤੁਸੀਂ ਖਾਣ ਪੀਣ ਵਾਸਤੇ ਕੋਈ ਚੀਜ਼ ਨਹੀਂ ਦੇਣੀ। ਦਾਰਾ ਸ਼ਿਕੋ ਭੁੱਖ ਪਿਆਸ ਨਾਲ ਬੜਾ ਵਿਆਕੁਲ ਹੈਗਾ, ਉਹ ਬੇਨਤੀ ਕਰਦਾ ਹੈ ਕਿ ਤੁਸੀਂ ਮੈਨੂੰ ਕੁਝ ਖਾ ਲੈਣ ਦਿਓ, ਤੇ ਸਿਪਾਹੀ ਤਰਸ ਕਰਕੇ ਕਹਿ ਦਿੰਦੇ ਹੈ ਕਿ ਇਹ ਪਿੰਡ ਆ ਗਿਆ, ਕਿਸੇ ਪਿੰਡ ਦੇ ਵਿੱਚ ਜਾ ਕੇ ਜੇ ਤੈਨੂੰ ਕੋਈ ਘਰ ਵਾਲਾ ਕੁਝ ਦੇਊਗਾ ਤੇ ਮੰਗ ਕੇ ਖਾ ਲਾ। ਦਾਰਾ ਸ਼ਿਕੋ ਦਰਵਾਜ਼ਾ ਖੜਕਾਉਂਦਾ ਹੈ, ਇੱਕ ਬੁੱਢੀ ਮਾਈ ਬਾਹਰ ਨਿਕਲਦੀ ਹੈ ਜੋ ਦੇਖਦੀ ਹੈ ਕਿ ਮੁਸ਼ਕਾਂ ਬੰਨੀਆਂ ਹੋਈਆਂ ਤੇ ਔਰੰਗਜ਼ੇਬ ਦਾ ਕੈਦੀ ਹੈਗਾ, ਜੋ ਖਾਣਾ ਦੇਣ ਤੋਂ ਮਨਾ ਕਰ ਦਿੰਦੀ ਹੈ। ਵਾਪਸ ਅੱਗੇ ਤੁਰਦੇ ਹੈਗੇ ਆ, ਰਸਤੇ 'ਚ ਦੁਬਾਰੇ ਭੁੱਖ ਵਿਆਕੁਲ ਕਰਦੀ ਹੈ ਤੇ ਫੇਰ ਬੇਨਤੀ ਕਰਦਾ ਕਿ ਮੈਨੂੰ ਕੁਝ ਖਾ ਲੈਣ ਦਿਓ, ਤੇ ਸਿਪਾਹੀ ਕਹਿੰਦੇ ਕਿ ਤੇਰੀ ਇਸ ਮੁਸ਼ਕਾਂ ਨਹੀਂ ਖੋਲ ਸਕਦੇ, ਤੂੰ ਐਵੇਂ ਕੁਝ ਖਾ ਸਕਦਾ ਤਾਂ ਖਾ ਲੈ। ਤੇ ਕਹਿੰਦੇ ਕਿ ਦਾਰਾ ਸ਼ਿਕੋ ਜ਼ਮੀਨ ਤੇ ਲਿਟ ਕੇ ਜਿਹੜਾ ਹੈਗਾ ਉਹ ਘਾਹ ਖਾਂਦਾ ਹੈਗਾ। ਤੇ ਉਸ ਸਮੇਂ ਉਹਨੂੰ ਬਾਣੀ ਵੀ ਚੇਤੇ ਆਉਂਦੀ ਹੈ ਕਿ ਗੁਰੂ ਹਰਰਾਏ ਸਾਹਿਬ ਜੀ ਨੇ ਆਖਿਆ ਸੀਗਾ ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਹ ਕਰਾਏਂਦਾ, ਕਿ ਜਦੋਂ ਪਰਮਾਤਮਾ ਵੀ ਨਜ਼ਰ ਫੇਰ ਲਵੇ ਤੇ ਵੱਡੇ ਤੋਂ ਵੱਡੇ ਸੁਲਤਾਨ ਖਾਨ ਵੀ ਜਿਹੜੇ ਹੈਗੇ ਆ ਉਹ ਘਾਹ ਚਰਨ ਲਈ ਮਜਬੂਰ ਹੋ ਜਾਂਦੇ ਹੈਗੇ ਆ। ਤੀਸਰਾ, ਜਿਹੜਾ ਗੁਰੂ ਸਾਹਿਬ ਸੀਗੇ ਉਹਨਾਂ ਨੇ ਲੋਕਾਂ ਦੇ ਲਈ, ਲੋਕਾਂ ਦੀ ਸਹੂਲਤ ਦੇ ਲਈ, ਸੰਗਤ ਦੀ ਸਹੂਲਤ ਦੇ ਲਈ ਬਹੁਤ ਸਾਰੇ ਜਿਹੜੇ ਹੈਗੇ ਦਵਾਖਾਨਿਆਂ ਦੀ ਵੀ ਜਿਹੜੀ ਹੈਗੀ ਉਹ ਸਥਾਪਨਾ ਕੀਤੀ। ਤੇ ਗੁਰੂ ਸਾਹਿਬ ਦੇ ਜਿਹੜੇ ਦਵਾਖਾਨੇ ਜਿਹੜੇ ਆਪਾਂ ਡਿਸਪੈਂਸਰੀ ਕਹਿ ਦਿੰਦੇ ਆ, ਉਹ ਬੜੇ ਆਰਗੇਨਾਈਜ਼ਡ ਤੇ ਬੜੇ ਰਿਚ ਸੀਗੇ, ਯਾਨੀ ਕਿ ਉੱਥੇ ਅਜਿਹੀਆਂ ਦਵਾਈਆਂ ਵੀ ਮਿਲਦੀਆਂ ਸੀਗੀਆਂ ਜੋ ਸ਼ਾਇਦ ਹਿੰਦੁਸਤਾਨ ਦੇ ਕਿਸੇ ਹੋਰ ਹਿੱਸੇ ਦੇ ਵਿੱਚ ਨਹੀਂ ਮਿਲਦੀਆਂ ਸੀਗੀਆਂ। ਇੱਕ ਸਾਖੀ ਨਾਲ ਰਿਲੇਟਡ ਵੀ ਆਉਂਦੀ ਹੈ ਕਿ ਇੱਕ ਵਾਰੀ ਦਾਰਾ ਸ਼ਿਕੋ ਜਿਹਦੀ ਆਪਾਂ ਹੁਣੇ ਗੱਲ ਕਰਕੇ ਹਟੇ ਹਾਂ ਕਿ ਸ਼ਾਇਦ ਕਿਸੇ ਨੇ ਤੇ ਸਾਜ਼ਿਸ਼ ਦੇ ਅਧੀਨ ਦਾਰਾ ਸ਼ਿਕੋ ਨੂੰ ਸ਼ੇਰ ਦੀ ਮੁੱਛ ਦਾ ਬਾਲ ਜਿਹੜਾ ਸੀਗਾ ਉਹ ਖਵਾਤਾ ਸੀਗਾ, ਤੇ ਸ਼ੇਰ ਦੀ ਮੁੱਛ ਦਾ ਬਾਲ ਜਿਹੜੀ ਹਿਊਮਨ ਬੋਡੀ ਹੈਗੀ ਆ, ਮਨੁੱਖੀ ਸਰੀਰ ਹੈਗਾ, ਉਹਨੂੰ ਝੱਲ ਨਹੀਂ ਸਕਦਾ ਤੇ ਬਿਮਾਰ ਹੋ ਗਏ। ਬਹੁਤ ਸਾਰੇ ਇਹਨਾਂ ਦੇ ਦਵਾ ਦਾਰੂ ਕੀਤੇ ਗਏ, ਇਲਾਜ ਕੀਤੇ ਗਏ, ਪਰ ਕੋਈ ਫਰਕ ਜਿਹੜਾ ਹੈਗਾ ਉਹ ਨਹੀਂ ਪਿਆ। ਅਲਟੀਮੇਟਲੀ ਜਿਹੜੇ ਇਹਨਾਂ ਦੇ ਦਰਬਾਰ ਦੇ ਵਿੱਚ ਹਕੀਮ ਸੀਗੇ ਉਹਨਾਂ ਨੇ ਬੇਨਤੀ ਕੀਤੀ ਕਿ ਗੁਰੂ ਹਰਰਾਏ ਸਾਹਿਬ ਜੀ ਦੇ ਦਵਾਖਾਨੇ ਦੇ ਵਿੱਚ ਉਹ ਦਵਾਈਆਂ ਮੌਜੂਦ ਹੈਗੀਆਂ ਜੋ ਦਾਰਾ ਸ਼ਿਕੋ ਦਾ ਇਲਾਜ ਕਰ ਸਕਦੀਆਂ ਹੈਗੀਆਂ।
ਜਦੋਂ ਆਪਣੇ ਗੁਰੂ ਸਾਹਿਬ ਜੀ ਦੇ ਡਿਸਪੈਂਸਰੀ 'ਚ ਅਪਰੋਚ ਕੀਤਾ ਗਿਆ ਤੇ ਗੁਰੂ ਸਾਹਿਬ ਨੇ ਬੜੀ ਖੁਸ਼ੀ ਉਹ ਕੀਮਤੀ ਦਵਾਈਆਂ ਜਿਹਦੇ ਸਦਕਾ ਦਾਰਾ ਸ਼ਿਕੋ ਠੀਕ ਹੋ ਸਕਦਾ ਸੀ, ਉਹ ਦਵਾਈਆਂ ਦਿੱਤੀਆਂ ਜਿਹਦੇ ਸਦਕਾ ਦਾਰਾ ਸ਼ਿਕੋ ਜਿਹੜਾ ਹੈਗਾ ਉਹ ਠੀਕ ਹੋਇਆ। ਇਸ ਤੋਂ ਇਲਾਵਾ ਗੁਰੂ ਸਾਹਿਬ ਜੀ ਨੇ ਦੁਆਬੇ ਤੇ ਮਾਲਵੇ ਦੇ ਇਲਾਕੇ ਦੇ ਵਿੱਚ ਬਹੁਤ ਸਾਰੇ ਪ੍ਰਚਾਰ ਦੌਰੇ ਵੀ ਕੀਤੇ। ਥਾਂ ਜਾ ਕੇ ਉਹ ਪ੍ਰਚਾਰ ਕਰਦੇ ਸੀ, ਲੋਕਾਂ ਨੂੰ ਗੁਰਬਾਣੀ ਦੇ ਨਾਲ ਜੋੜਦੇ ਸੀਗੇ। ਗੁਰੂ ਸਾਹਿਬ ਜੀ ਨੇ ਲੰਗਰ ਦੀ ਪ੍ਰਥਾ ਨੂੰ ਵੀ ਜਿਹੜਾ ਹੈਗਾ ਉਹ ਬਹੁਤ ਸਟਰੋਂਗ ਕੀਤਾ। ਇਸ ਤਰੀਕੇ ਨਾਲ ਗੁਰੂ ਸਾਹਿਬ ਤਕਰੀਬਨ 31 ਸਾਲ ਦੀ ਉਮਰ ਤੱਕ ਜਿਹੜਾ ਹੈਗਾ ਉਹ ਆਪਣੇ ਗੁਰਸਿੱਖੀ ਦੇ ਕਾਰਜ ਦੇ ਵਿੱਚ ਲੱਗੇ ਰਹੇ। ਵਾਤਾਵਰਣ ਪ੍ਰੇਮੀ, ਦਵਾਖਾਨਿਆਂ ਦੀ ਸਥਾਪਨਾ ਤੇ ਗੁਰਬਾਣੀ ਦਾ ਅਦਬ ਸਤਿਕਾਰ ਜਿਹੜੀ ਹੈਗੀ ਉਹਨਾਂ ਦੇ ਜੀਵਨ ਦੇ ਜਿਹੜੇ ਹੈਗੇ ਆ ਮੁੱਖ ਜਿਹੜੀ ਸਿੱਖਿਆਵਾਂ ਹੈਗੀਆਂ ਅਸੀਂ ਉਹਨਾਂ ਨੂੰ ਉਹ ਵੇਖ ਸਕਦੇ ਹਾਂ। ਤੇ 1661 ਈਸਵੀ ਦੇ ਵਿੱਚ ਗੁਰੂ ਸਾਹਿਬ ਜੀ ਜਿਹੜੇ ਹੈਗੇ ਆ ਉਹ ਜੋਤੀ ਜੋਤ ਸਮਾ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਗੁਰਿਆਈ ਬਖਸ਼ ਕੇ ਉਹ ਚਲੇ ਜਾਂਦੇ ਹੈਗੇ ਆ। ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਤੁਹਾਡੇ ਤੋਂ ਆਗਿਆ ਲੈਣਾ। ਹੋਈ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਿਸ ਵਾਤਾਵਰਨ ਪਾਰਕ ਵਿੱਚ ਬੈਠੇ ਹੋਏ ਹਾਂ, ਇਸ ਪਾਰਕ ਦੀ ਇੱਕ ਵਿਸ਼ੇਸ਼ਤਾ ਇਹ ਵੀ ਹੈ ਕਿ ਗੁਰੂ ਸਾਹਿਬਾਨਾਂ ਨਾਲ ਸੰਬੰਧਿਤ ਕੁਝ ਗੁਰਦੁਆਰਿਆਂ ਦੇ ਨਾਮ ਜਿਹੜੇ ਨੇ ਉਹ ਦਰਖਤਾਂ ਦੇ ਨਾਮ ਤੋਂ ਜਾਂ ਪੌਦਿਆਂ ਦੇ ਨਾਮ ਤੋਂ ਨੇ। ਤੇ ਪ੍ਰਿੰਸੀਪਲ ਸਾਹਿਬ ਹੋਣਾ ਦੀ ਕਹਿ ਲਓ ਕਿ ਸੁਪਨਾ ਸੀ ਕਿ ਉਹ ਸਾਰੇ ਹੀ ਪੌਦੇ ਜਿਹੜੇ ਨੇ ਉਹ ਸਾਡੇ ਕਾਲਜ ਵਿੱਚ ਹੋਣੇ ਚਾਹੀਦੇ ਆ। ਤੇ ਇਸ ਵਾਤਾਵਰਨ ਪਾਰਕ ਦੀ ਜਦੋਂ ਸਥਾਪਨਾ ਕੀਤੀ ਗਈ ਤਾਂ ਕੋਸ਼ਿਸ਼ ਕੀਤੀ ਸੀ ਕਿ ਉਹ ਸਾਰੇ ਹੀ ਪੌਦੇ ਜਿਨ੍ਹਾਂ ਤੋਂ ਵੱਖ-ਵੱਖ ਥਾਵਾਂ ਦੇ ਉੱਤੇ ਗੁਰਦੁਆਰਿਆਂ ਦੇ ਨਾਮ ਨੇ ਉਹ ਇਸ ਪਾਰਕ ਦੇ ਵਿੱਚ ਮੌਜੂਦ ਨੇ। ਉਹਨਾਂ ਵਿੱਚੋਂ ਇੱਕ ਦੋ ਸ਼ਾਇਦ ਹੁਣ ਨਹੀਂ ਹੈਗੇ, ਪਰ ਸਾਡੀ ਕੋਸ਼ਿਸ਼ ਹੁੰਦੀ ਆ ਕਿ ਸਾਰੇ ਦੇ ਸਾਰੇ ਪੌਦੇ ਇੱਥੇ ਜਿਹੜੇ ਆ ਤੁਸੀਂ ਉਹਦੇ ਦਰਸ਼ਨ ਵੀ ਜਿਹੜੇ ਆ ਇਸ ਪਾਰਕ ਦੇ ਵਿੱਚ ਬੈਠਿਆਂ ਵੀ ਕਰ ਸਕਦੇ ਹੋ। ਸੋ ਹੁਣ ਮੈਂ ਬੇਨਤੀ ਕਰਦਾ ਹਾਂ ਪ੍ਰਿੰਸੀਪਲ ਸਾਹਿਬ ਕਿ ਦੋ ਸ਼ਬਦ ਜਿਹੜੇ ਆ ਤੁਹਾਡੇ ਨਾਲ ਸਾਂਝੇ ਕਰਨ ਤੇ ਇਸ ਤੋਂ ਬਾਅਦ ਦੇ ਵਿੱਚ ਜਿਹੜੀ ਅਸੀਂ ਸਮਾਪਤੀ ਕਰਾਂਗੇ। ਪ੍ਰਿੰਸੀਪਲ ਸਾਹਿਬ। ਕਿਰਤ ਕਲੱਬ ਦੇ ਕਨਵੀਨਰ ਡਾਕਟਰ ਦਵਿੰਦਰ ਸਿੰਘ, ਮੇਰੇ ਸਟਾਫ ਸਾਥੀ ਤੇ ਪਿਆਰੇ ਵਿਦਿਆਰਥੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਡਾਕਟਰ ਸਾਹਿਬ ਹੋਰਾਂ ਨੇ ਦੱਸਿਆ ਕਿ ਅੱਜ ਗੁਰੂ ਹਰਰਾਏ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੈ। ਅਸੀਂ ਗੁਰੂ ਹਰਰਾਏ ਸਾਹਿਬ ਵਾਤਾਵਰਨ ਪਾਰਕ ਦੇ ਵਿੱਚ ਮਨਾ ਰਹੇ ਹਾਂ। ਸਾਡਾ ਇਹ ਫੈਸਲਾ ਕਿ ਇਹ ਕੋਸ਼ਿਸ਼ ਕਰੀਏ ਹਫਤੇ ਵਿੱਚ ਇੱਕ ਦਿਨ, 2 ਦਿਨ, 3 ਦਿਨ ਛੋਟੇ-ਛੋਟੇ ਇੰਟਰੈਕਸ਼ਨਸ ਜਿਹੜੀਆਂ ਨੇ ਵਿਦਿਆਰਥੀਆਂ ਦੇ ਨਾਲ ਕਰੀਏ। ਗੱਲਾਂ ਬਾਤਾਂ ਹੋਣ, ਜੀਵਨ ਦੀਆਂ ਗੱਲਾਂ ਹੋਣ, ਧਰਮ ਦੀਆਂ ਗੱਲਾਂ ਹੋਣ, ਸੱਭਿਆਚਾਰ ਦੀਆਂ ਗੱਲਾਂ ਹੋਣ, ਸੰਸਕਾਰਾਂ ਦੀਆਂ ਗੱਲਾਂ ਹੋਣ, ਕਿਉਂਕਿ ਇੱਕ ਅੱਛਾ ਜੀਵਨ ਜਿਉਣ ਦੇ ਲਈ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਅਸੀਂ ਹੋਰ ਜਿੰਨੀਆਂ ਮਰਜ਼ੀ ਚੀਜ਼ਾਂ ਜ਼ਿੰਦਗੀ ਦੇ ਵਿੱਚ ਪ੍ਰਾਪਤ ਕਰ ਲਈਏ, ਜਿੰਨਾ ਚਿਰ ਸਾਡੇ ਕੋਲੇ ਸਕੂਨ ਨਹੀਂ, ਸੰਤੁਸ਼ਟੀ ਨਹੀਂ, ਸਹਿਜ ਨਹੀਂ, ਸੰਜਮ ਨਹੀਂ, ਤਾਂ ਮੈਨੂੰ ਲੱਗਦਾ ਉਹ ਸਾਰਾ ਕੁਝ ਕਿਧਰੇ ਗੁਆਚ ਜਾਂਦਾ। ਦਾਰਾ ਸ਼ਿਕੋ ਦੀ ਤੁਸੀਂ ਉਦਾਹਰਨ ਸੁਣ ਚੁੱਕੇ ਹੋ। ਸੋ ਮੰਤਵ ਇਹੀ ਹੈ ਪਿਆਰੇ ਵਿਦਿਆਰਥੀਓ, ਵੱਧ ਤੋਂ ਵੱਧ ਗਿਣਤੀ ਦੇ ਵਿੱਚ ਜੁੜੋ। ਅਸੀਂ ਚਾਹੁੰਦੇ ਹਾਂ ਕਿ ਜਿਹੜੇ ਸੈਮੀਨਾਰ ਨੇ, ਜਿਹੜੇ ਲੈਕਚਰ ਨੇ, ਉਹ ਸੈਮੀਨਾਰ ਹਾਲਾਂ ਦੇ ਵਿੱਚੋਂ ਨਿਕਲ ਕੇ ਬਾਹਰ ਬੈਠ ਕੇ ਜਿਹੜੀ ਹੈ ਗੱਲ ਹੋਵੇ। ਕਿਰਤ ਕਲੱਬ ਨੂੰ ਇਸ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਤਰ੍ਹਾਂ ਤਰ੍ਹਾਂ ਦੇ ਸਾਡੇ ਵਿਸ਼ਿਆਂ ਤੇ ਗੱਲ ਹੋਵੇਗੀ। ਸਾਡੇ ਵੱਖ-ਵੱਖ ਪ੍ਰੋਫੈਸਰ ਸਾਹਿਬਾਨ, ਬਾਹਰਲੇ ਵਿਦਵਾਨ ਕਰਨਗੇ। ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਜਿਹੜੇ ਬੜੀ ਸੁਹਿਰਦਤਾ ਦੇ ਨਾਲ, ਸ਼ਿੱਦਤ ਦੇ ਨਾਲ ਇਹ ਕਾਰਜ ਨੇ ਚੜ ਰਹੇ ਨੇ। ਡਾਕਟਰ ਗੁਰਬੀਰ ਸਿੰਘ ਹੋਰਾਂ ਨੇ ਬਹੁਤ ਵਧੀਆ ਤਰੀਕੇ ਦੇ ਵਿੱਚ ਗੁਰੂ ਸਾਹਿਬ ਦੇ ਜੀਵਨ ਦੇ ਉੱਤੇ ਚਾਨਣਾ ਪਾਇਆ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।